ਸੋ ਅੱਜ ਦਾ ਸਾਡਾ ਟੌਪਿਕ ਆਇਲਸ ਰਾਈਟਿੰਗ ਮੋਡਿਊਲ ਟਾਸਕ 2 ਦਾ ਆ। ਇੰਟਰੋਡਕਸ਼ਨ ਦੇ ਵਿੱਚ ਇਫੈਕਟਿਵ ਜਨਰਲ ਲਾਈਨਸ ਕਿੱਦਾਂ ਲਿਖਣੀਆਂ ਹੈ, ਅਤੇ ਕਾਫੀ ਸਾਰੀਆਂ ਕਾਮਨ ਜਨਰਲ ਲਾਈਨਸ ਹੁੰਦੀਆਂ ਜਿਹੜੀਆਂ ਸਾਡੇ ਟੌਪਿਕਸ ਦੇ ਵਿੱਚ ਯੂਜ਼ ਹੋ ਜਾਂਦੀਆਂ ਹੈ। ਫੋਰ ਐਗਜ਼ਾਮਪਲ ਜਿਹੜਾ ਆਇਲਸ ਦਾ ਰਾਈਟਿੰਗ ਟਾਸਕ 2 ਆ ਨਾ, ਉਹਦੇ ਵਿੱਚ ਜਿਹੜੇ ਪਰਟੀਕੂਲਰ ਟਾਈਪਸ ਆਉਣੀਆਂ ਉਹ ਹੈਗੀਆਂ 20 ਟਾਈਪਸ ਆ, ਜਿਹੜੀਆਂ ਮੇਨ 20 ਟਾਈਪਸ ਆ। ਠੀਕ ਹੈ, ਮੈਂ ਕਾਫੀ ਸਾਰੇ ਐਸੇਜ਼ ਦਾ ਅਨਾਲਿਸਿਸ ਕੀਤਾ ਹੈ ਤਾਂ ਉਹਨਾਂ ਵਿੱਚੋਂ 20 ਜਿਹੜੀਆਂ ਮੋਸਟ ਆਫ ਦਾ ਇੰਪੋਰਟੈਂਟ ਟਾਈਪਸ ਨਿਕਲੀਆਂ ਆ। ਫੋਰ ਐਗਜ਼ਾਮਪਲ ਤੁਸੀਂ ਰਾਈਟ ਡਾਊਨ ਕਰ ਸਕਦੇ ਆ। ਠੀਕ ਹੈ, ਫੋਰ ਐਗਜ਼ਾਮਪਲ ਕ੍ਰਾਈਮ, ਕਮਿਊਨੀਕੇਸ਼ਨ ਐਂਡ ਪਰਸਨੈਲਿਟੀ ਦੀ ਹੋ ਗਈ ਆ, ਬਿਜ਼ਨਸ, ਮਨੀ, ਗਲੋਬਲਾਈਜੇਸ਼ਨ, ਇਕੋਨਮੀ, ਇੰਪਲੋਇਮੈਂਟ, ਜੌਬ ਦੀ ਹੋ ਗਈ ਆ, ਆਰਟ, ਐਜੂਕੇਸ਼ਨ, ਫੈਮਿਲੀ ਐਂਡ ਚਿਲਡਰਨ, ਇਨਵਾਇਰਮੈਂਟ, ਫੂਡ ਐਂਡ ਡਾਈਟ, ਹੈਲਥ ਦੇ ਨਾਲ ਰਿਲੇਟਡ ਟੌਪਿਕ ਹੋ ਜਾਂਦੇ ਆ, ਗੌਰਮੈਂਟ ਦੀਆਂ ਫੈਸਿਲਿਟੀਜ਼, ਗੌਰਮੈਂਟ ਦੀਆਂ ਰਿਸਪੌਂਸਿਬਿਲਿਟੀਜ਼ ਦੇ ਟੌਪਿਕ ਹੋ ਜਾਂਦੇ, ਹੈਲਥ, ਹਾਊਸਿੰਗ, ਮੀਡੀਆ ਦੇ ਟੌਪਿਕ ਹੋ ਜਾਂਦੇ ਆ, ਐਡਵਰਟਾਈਜ਼ਮੈਂਟ, ਸੋਸਾਇਟੀ, ਟੈਕਨੋਲੋਜੀ ਦੇ ਹੋ ਜਾਂਦੇ ਆ, ਟੂਰਿਜ਼ਮ ਦੇ ਹੋ ਜਾਂਦੇ ਆ, ਐਨਰਜੀ, ਪਾਵਰ, ਲੈਂਗੁਏਜ, ਨੇਚਰ, ਓਲਡ ਪੀਪਲ ਜਾਂ ਓਲਡ ਬਿਲਡਿੰਗਸ, ਆਰਕੀਟੈਕਚਰ ਦੇ ਹੋ ਜਾਂਦੇ। ਇਸ ਤਰੀਕੇ ਦੇ ਨਾਲ ਸਾਡੇ 20 ਟੌਪਿਕਸ ਬਣਦੇ ਆ। ਸੋ ਸਾਡੀਆਂ ਵੀਡੀਓਜ਼ ਹੁਣ ਜਿਹੜੀਆਂ ਇਹਨਾਂ ਦੇ ਉੱਤੇ ਫੋਕਸਡ ਹੋਊਗੀਆਂ। ਇਹ ਪਾਰਟ ਜਿਹੜਾ ਪਾਰਟ ਫਸਟ ਆ। ਠੀਕ ਹੈ, ਫਸਟ ਆਪਾਂ ਦੇਖਦੇ ਹਾਂ ਕਿ ਫੈਮਿਲੀ ਐਂਡ ਚਿਲਡਰਨ ਦੇ ਉੱਤੇ ਸਾਡੇ ਕੋਲ ਜੇ ਕੋਈ ਐਸੇ ਆ ਜਾਂਦਾ ਹੈ ਤਾਂ ਉਹਦੀ ਆਪਾਂ ਜਨਰਲ ਲਾਈਨ ਕਿੱਦਾਂ ਬਣਾਉਣੀ ਹੈ। ਠੀਕ ਹੈ, ਕਿ ਬਿਕੋਜ਼ ਜਨਰਲ ਲਾਈਨ ਬਣਾਉਣ ਵਿੱਚ ਬੱਚੇ ਕਈ ਵੇਲੇ ਡਿਫੀਕਲਟੀ ਫੇਸ ਕਰਦੇ ਆ। ਸੋ ਫਸਟ ਦੇਖਦੇ ਹਾਂ ਇਹ ਜਨਰਲ ਲਾਈਨ ਲਿਖੀ ਹੋਈ ਹੈ ਮੈਂ, ਬਟ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੱਸ ਦਿੰਦਾ ਹੈ। ਠੀਕ ਹੈ, ਤੁਸੀਂ ਨੋਟ ਡਾਊਨ ਕਰ ਸਕਦੇ ਆ। ਫੋਰ ਐਗਜ਼ਾਮਪਲ ਜੇ ਤੁਹਾਨੂੰ ਟਾਸਕ ਆ ਜਾਵੇ, ਚਿਲਡਰਨ ਆਰ ਫੇਸਿੰਗ more pressure nowadays from academic, social and commercial perspective, ਕਿ ਬੱਚੇ ਕਾਫੀ ਸਾਰਾ ਪ੍ਰੈਸ਼ਰ ਫੇਸ ਕਰ ਰਹੇ ਆ। ਸੋ ਇਹ ਇੱਕ ਟਾਸਕ ਦੀ ਐਗਜ਼ਾਮਪਲ ਸੀਗੀ ਜੋ ਪ੍ਰੋਬਲਮ ਐਂਡ ਸੋਲੂਸ਼ਨ ਦਾ ਐਸੇ ਸੀਗਾ। ਸੋ ਇਹਦੇ 'ਚ ਅਸੀਂ ਜਨਰਲ ਲਾਈਨ ਕਿਸ ਤਰੀਕੇ ਦੀ ਬਣਾ ਸਕਦੇ ਹਾਂ। ਫੋਰ ਐਗਜ਼ਾਮਪਲ ਇਹ ਚਿਲਡਰਨ ਦੇ ਨਾਲ ਰਿਲੇਟਡ ਐਸੇ ਸੀਗਾ, ਆਪਾਂ ਕੀ ਬਣਾ ਸਕਦੇ ਹਾਂ, ਇਟ ਇਜ਼ ਅਨਡਿਨਾਈਬਲ ਫੈਕਟ। ਅਨਡਿਨਾਈਬਲ ਹੁੰਦਾ ਜਿਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ। ਇਟ ਇਜ਼ ਅਨਡਿਨਾਈਬਲ ਫੈਕਟ ਦੈਟ, ਇਸ ਤੋਂ ਬਾਅਦ ਇਹ ਲੈ ਕੇ ਅਸੀਂ ਫਿਰ ਅੱਗੇ ਲਾਈਨ ਸ਼ੁਰੂ ਕਰਨੀ ਆਪਣੀ, ਦ ਚਿਲਡਰਨ ਆਰ ਦ ਫਿਊਚਰ ਆਫ ਦ ਨੇਸ਼ਨ, ਬਟ ਨਾਊਅਡੇਜ਼ ਚਿਲਡਰਨ ਆਰ ਪ੍ਰੈਸ਼ਰਾਈਜ਼ਡ ਐਂਡ ਫੇਸਿੰਗ ਹਾਰਡ ਐਂਡ ਹਾਰਡਰ ਅਕੈਡਮਿਕ, ਸੋਸ਼ਲ ਐਂਡ ਕਮਰਸ਼ੀਅਲ ਚੈਲੰਜਸ। ਸੋ ਇਸ ਤਰੀਕੇ ਦੀ ਆਪਣੀ ਜਨਰਲ ਲਾਈਨ ਪੂਰੀ ਹੋ ਗਈ ਇਹ। ਠੀਕ ਹੈ, ਜਿਹੜਾ ਸਾਡਾ ਇੰਟਰੋਡਕਸ਼ਨ ਪੂਰੀ ਇਫੈਕਟਿਵ ਕਿੱਦਾਂ ਲਿਖਣੀ ਆ ਉਹ ਮੈਂ ਤੁਹਾਨੂੰ ਬਾਅਦ ਵਿੱਚ ਉਹਦਾ ਸਟਰਕਚਰ ਦੱਸ ਦਿੰਦਾ, ਬਟ ਸਭ ਤੋਂ ਪਹਿਲਾਂ ਤਾਂ ਅਸੀਂ ਜਨਰਲ ਲਾਈਨ ਹੀ ਲਿਖਣੀ ਹੁੰਦੀ ਹੈ। ਠੀਕ ਹੈ, ਨੈਕਸਟ ਹੁਣ ਜੇ ਸਾਡੇ ਕੋਲ ਫੈਮਿਲੀ ਦੇ ਉੱਤੇ ਹੋਵੇ, ਫੈਮਿਲੀ ਦੀ ਬੇਸਡ ਜਨਰਲ ਲਾਈਨ ਬੇਸਡ ਹੈ, ਤਾਂ ਫਿਰ ਅਸੀਂ ਕਿੱਦਾਂ ਲਿਖਾਂਗੇ। ਇਹ ਸੌਖੀ ਜੇ ਬਹੁਤ ਸਾਰੇ ਫੈਮਿਲੀ ਦੇ ਐਸੇਜ਼ ਦੇ ਵਿੱਚ ਸਾਡੀ ਆ ਜਾਣੀ ਹੈ। ਫੋਰ ਐਗਜ਼ਾਮਪਲ, ਇਟ ਇਜ਼ ਇਰਰੀਫਿਊਟੇਬਲ ਟੂ ਸੇ ਫੈਮਿਲੀ ਐਂਡ ਫਰੈਂਡਸ ਪਲੇ ਮੋਸਟ ਸਿਗਨੀਫਿਕੈਂਟ ਰੋਲ ਇਨ ਦ ਇੰਡੀਵਿਜੂਅਲਸ ਲਾਈਫ। ਇੱਕ ਇੰਡੀਵਿਜੂਅਲ ਦੀ ਲਾਈਫ ਵਿੱਚ ਫੈਮਿਲੀ ਐਂਡ ਫਰੈਂਡਸ ਦਾ ਕਾਫੀ ਸਿਗਨੀਫਿਕੈਂਟ ਰੋਲ ਹੁੰਦਾ, ਮਤਲਬ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ। ਫੋਰ ਐਗਜ਼ਾਮਪਲ ਹੁਣ ਦੇਖੋ ਇੱਥੇ ਜਿਹੜੇ ਚਿਲਡਰਨ ਆ ਸਾਡੇ ਕੋਲ, ਚਿਲਡਰਨਸ ਦੇ ਮੈਂ ਥੋੜ੍ਹੇ ਸਿਨੋਨਿਮਸ ਯੂਜ਼ ਕੀਤੇ ਹੋਏ ਆ, ਜਿਵੇਂ ਕਿ ਯੰਗਸਟਰ, ਲਿਟਲ ਵਨਸ, ਅਡੋਲੈਸੈਂਟਸ, ਟੀਨੇਜਰ ਅਤੇ ਜੂਵੀਨਾਈਲ। ਸੋ ਇਸ ਤਰੀਕੇ ਨਾਲ ਤੁਸੀਂ ਜਿਹੜਾ ਤੁਹਾਡਾ ਮੇਨ ਥੀਮ ਹੈ ਨਾ, ਮੇਨ ਥੀਮ ਸਾਡਾ ਕੀ ਸੀ, ਚਿਲਡਰਨ ਸੀਗਾ ਇਸੇ ਦੇ ਵਿੱਚ, ਜਾਂ ਫੈਮਿਲੀ ਸੀਗਾ। ਇਹਨਾਂ ਦੇ ਸਾਨੂੰ ਸਿਨੋਨਿਮ ਵੀ ਯੂਜ਼ ਕਰਨੇ ਪੈਣੇ ਆ। ਤੁਹਾਨੂੰ ਜਿਹੜਾ ਮੇਨ ਫੋਕਸਡ ਹੈ ਨਾ ਜਿਸ ਪੁਆਇੰਟ ਦੇ ਉੱਤੇ, ਉਹਦੇ ਥੋੜ੍ਹੇ ਜਿਹੇ ਸਿਨੋਨਿਮ ਯੂਜ਼ ਕਰ ਲਿਆ ਕਰੋ। ਸੋ ਨੈਕਸਟ ਦੇਖਦੇ ਹਾਂ, ਇਹੀ ਆ ਕਿ ਬ੍ਰਿੰਗਿੰਗ ਅਪ ਚਿਲਡਰਨ ਦ ਰਾਈਟ ਵੇ ਹੈਜ਼ ਬਿਨ ਅ ਲੌਂਗ ਡਿਬੇਟਡ ਇਸ਼ੂ। ਇਹ ਵੀ ਸਾਡੀ ਚਿਲਡਰਨ ਦੇ ਨਾਲ ਹੀ ਰਿਲੇਟਡ ਇੱਕ ਜਨਰਲ ਲਾਈਨ ਹੈ ਕਿ ਚਿਲਡਰਨ ਦੀ ਅਪਬ੍ਰਿੰਗਿੰਗ ਕਰਨੀ ਕਾਫੀ ਸਾਰਾ ਡਿਬੇਟੇਬਲ ਇਸ਼ੂ ਆ। ਠੀਕ ਹੈ, ਸੋ ਨੈਕਸਟ ਦੇਖਦੇ ਹਾਂ, ਇਹ ਸੀਗਾ ਸਾਡਾ ਫੈਮਿਲੀ ਐਂਡ ਚਿਲਡਰਨ ਦਾ ਟੌਪਿਕ। ਸੋ ਨੈਕਸਟ ਦੇਖਦੇ ਹਾਂ ਜੋ ਸਾਡਾ ਕਾਫੀ ਸਾਰਾ ਕਾਮਨ ਜਨਰਲ ਵਾਸਤੇ ਹੋਵੇ, ਚਾਹੇ ਸਾਡੇ ਅਕੈਡਮਿਕ ਸਟੂਡੈਂਟਸ ਨੂੰ ਇਨਵਾਇਰਮੈਂਟ ਦੇ ਉੱਤੇ ਟੌਪਿਕ ਤਾਂ ਆਉਂਦਾ ਹੀ ਆਉਂਦਾ ਹੈ, ਕਾਫੀ ਸਾਰਾ ਜਿਹੜਾ ਕਾਫੀ ਵਾਰੀ ਟੌਪਿਕ ਆ ਜਾਂਦਾ ਹੈ। ਠੀਕ ਹੈ, ਸੋ ਇਨਵਾਇਰਮੈਂਟ ਦੇ ਐਸੇ ਦੇ ਵਿੱਚ ਆਪਾਂ ਕਿਸ ਤਰੀਕੇ ਦੀ ਜਨਰਲ ਲਾਈਨ ਆਪਾਂ ਯੂਜ਼ ਕਰ ਸਕਦੇ ਹਾਂ। ਫਸਟ ਆਫ ਆਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸ ਦਿੰਦਾ ਟਾਸਕ ਦੀ। ਸੋ ਇਹ ਟਾਸਕ ਹੈਗਾ, ਤੁਸੀਂ ਨੋਟ ਕਰ ਸਕਦੇ ਆ ਕਿ ਇਨਵਾਇਰਮੈਂਟਲ ਪ੍ਰੋਬਲਮਸ ਸੱਚ ਐਜ਼ ਪੋਲਿਊਸ਼ਨ ਐਂਡ ਕਲਾਈਮੈਟਿਕ ਵੇਰੀਏਸ਼ਨਸ ਆਰ ਇਨਕਰੀਜ਼ਿੰਗ ਨਾਊਅਡੇਜ਼। ਸੋ ਇਹ ਸਟੇਟਮੈਂਟ ਸੀਗੀ, ਇਹ ਤੋਂ ਅੱਗੇ ਕੁਐਸਚਨ ਹੋਊਗਾ ਕਿ ਕੁਐਸਚਨ ਕਿਵੇਂ ਦਾ ਹੋਵੇਗਾ ਕਿ ਪ੍ਰੋਬਲਮ ਕੀ ਹੈ ਐਂਡ ਸੋਲਿਊਸ਼ਨ ਕੀ ਹੈ, ਇਸ ਤਰੀਕੇ ਦਾ ਕੋਈ ਨਾ ਕੋਈ ਐਸੇ ਹੋਣਾ। ਸੋ ਇਹਦੇ ਵਿੱਚ ਅਸੀਂ ਜਨਰਲ ਲਾਈਨ ਕਿਸ ਤਰੀਕੇ ਦੀ ਇਨਵਾਇਰਮੈਂਟਲ ਇਸ਼ੂ ਦੇ ਨਾਲ ਜਨਰਲ ਲਾਈਨ ਕਿੱਦਾਂ ਦੀ ਬਣਾ ਸਕਦੇ ਹਾਂ। ਸੇਵਿੰਗ ਦਾ ਇਨਵਾਇਰਮੈਂਟ ਹੈਜ਼ ਬਿਕਮ ਦਾ ਟੌਪ ਪ੍ਰਾਇਓਰਿਟੀ ਅਕਰੋਸ ਦਾ ਵਰਲਡ। ਠੀਕ ਹੈ, ਸੋ ਨੈਕਸਟ ਜਿਹੜੀ ਇੱਕ ਹੋਰ ਜਨਰਲ ਲਾਈਨ ਹੈ ਉਹ ਵੀ ਦੇਖ ਲਓ, ਇਹ ਵੀ ਤੁਸੀਂ ਯੂਜ਼ ਕਰ ਸਕਦੇ ਆ। ਇਟ ਇਜ਼ ਅਨਡਿਨਾਈਬਲ ਫੈਕਟ ਦੈਟ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਇਜ਼ ਦਾ ਬਰਨਿੰਗ ਇਸ਼ੂ ਆਫ ਦਾ ਮਾਡਰਨ ਏਰਾ। ਸੋ ਇਹ ਵੀ ਕਿਸੇ ਵੀ ਤਰੀਕੇ ਦਾ ਇਨਵਾਇਰਮੈਂਟ ਦਾ ਟਾਸਕ ਹੋਵੇ, ਤੁਸੀਂ ਇਹ ਜਨਰਲ ਲਾਈਨ ਯੂਜ਼ ਕਰ ਸਕਦੇ ਆ। ਠੀਕ ਹੈ, ਇਸ ਤੋਂ ਬਾਅਦ ਵਿੱਚ ਆਪਣੀ ਥੀਸਿਸ ਸਟੇਟਮੈਂਟ ਆ ਜਾਂਦੀ ਆ, ਫਿਰ ਸਾਡਾ ਜਿਹੜਾ ਕੁਐਸਚਨ ਦਾ ਆਨਸਰ ਆ ਜਾਂਦਾ, ਫਿਰ ਅਸੀਂ ਕੀ ਲਿਖਦੇ ਹਾਂ
कि आई एम गोइंग टू डिस्क्राइब माई पॉइंट ऑफ व्यू इन द अपकमिंग ਪੈਰਾਗ੍ਰਾਫਸ ਐਂਡ ਆਲਸੋ ਗਿਵ ਮਾਈ ਓਪੀਨੀਅਨ। ਇਸ ਤਰੀਕੇ ਨਾਲ ਤੁਸੀਂ ਲਾਈਨ ਕੋਈ ਵੀ ਲਿਖ ਸਕਦੇ ਆ, ਠੀਕ ਹੈ। ਸੋ ਨੈਕਸਟ ਜੋ ਅਕੈਡਮਿਕਸ ਸਟੂਡੈਂਟਸ ਦੇ ਵਾਸਤੇ ਜਿਹੜੇ ਕਾਫੀ ਜ਼ਿਆਦਾ ਮੋਸਟ ਬਰਨਿੰਗ ਇਸ਼ੂਜ਼ ਆਉਂਦੇ ਆ, ਉਹ ਹੈਗੇ ਸਾਡੇ ਕੋਲ ਟੌਪਿਕ ਬਿਜ਼ਨਸ, ਮਨੀ, ਇਕੋਨਮੀ, ਗਲੋਬਲਾਈਜੇਸ਼ਨ ਅਤੇ ਜਨਰਲ ਸਟੂਡੈਂਟਸ ਨੂੰ ਜ਼ਿਆਦਾਤਰ ਆਉਂਦਾ ਹੁੰਦਾ ਇੰਪਲੋਇਮੈਂਟ ਜਾਂ ਜੋਬ ਦਾ ਟੌਪਿਕ, ਠੀਕ ਹੈ। ਬਟ ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ, ਕਿਸੇ ਨੂੰ ਵੀ ਕਿਸੇ ਤਰੀਕੇ ਦਾ ਵੀ ਐਸੇ ਆ ਸਕਦਾ ਹੈ। ਸੋ ਇਹਨਾਂ ਦੀਆਂ ਸਾਰਿਆਂ ਦੀਆਂ ਜਨਰਲ ਲਾਈਨਸ ਜਿਹੜੀਆਂ ਆ ਉਹ ਸਾਡੇ ਲਈ ਜ਼ਰੂਰੀ ਆ, ਠੀਕ ਹੈ ਜੀ। ਬਿਜ਼ਨਸ, ਮਨੀ, ਇਕੋਨਮੀ, ਗਲੋਬਲਾਈਜੇਸ਼ਨ, ਇੰਪਲੋਇਮੈਂਟ ਜਾਂ ਜੋਬਸ ਦੇ ਨਾਲ ਰਿਲੇਟਡ ਟੌਪਿਕ ਜਿਹੜੇ ਸਾਡੇ ਕੋਲ ਆਉਂਦੇ ਆ। ਸੋ ਪਹਿਲਾਂ ਆਪਾਂ ਗਲੋਬਲਾਈਜੇਸ਼ਨ ਦਾ ਦੇਖਦੇ ਹਾਂ। ਗਲੋਬਲਾਈਜੇਸ਼ਨ ਦੇ ਵਿੱਚ ਇੱਕ ਸਟੇਟਮੈਂਟ ਜੋ ਮੈਂ ਤੁਹਾਨੂੰ ਸਟੇਟਮੈਂਟ ਤੁਸੀਂ ਲਿਖ ਸਕਦੇ ਆ, ਠੀਕ ਹੈ। ਸਟੇਟਮੈਂਟ ਹੈਗੀ ਆ, ਬਿਕੋਜ਼ ਆਫ ਗਲੋਬਲਾਈਜੇਸ਼ਨ ਗਲੋਬਲ ਇਕੋਨਮੀ many goods including what we use as daily basis produced by other countries have to be transported from a long distance। ਮਤਲਬ ਕਿ ਸਾਡੇ ਡੇਲੀ ਬੇਸਿਸ ਦੇ ਪ੍ਰੋਡਕਟ ਵੀ ਦੂਜੀ ਜਗ੍ਹਾ ਤੋਂ ਸਾਨੂੰ ਮੰਗਵਾਉਣੇ ਪੈਂਦੇ ਆ, ਬਾਹਰੋਂ ਕਿਸੇ ਦੇਸ਼ ਤੋਂ ਮੰਗਵਾਉਣੇ ਪੈਂਦੇ ਆ, ਇੰਪੋਰਟ ਕਰਾਉਣੇ ਪੈਂਦੇ ਆ। ਸੋ ਇਸ ਤਰੀਕੇ ਦੇ ਟਾਸਕ ਵਿੱਚ ਵੀ ਆਪਾਂ ਜਨਰਲ ਲਾਈਨ ਕਿੱਦਾਂ ਦੀ ਯੂਜ਼ ਕਰ ਸਕਦੇ ਆ। ਇਨ ਦਾ ਐਰਾ ਆਫ ਗਲੋਬਲਾਈਜੇਸ਼ਨ all spheres of the life have changed dramatically and food is also no exception। ਹੁਣ ਕਿਉਂਕਿ ਇਹ ਜਿਹੜਾ ਟਾਸਕ ਸਾਡਾ ਜੋ ਤੁਸੀਂ ਪਿੱਛੇ ਸੁਣ ਸਕਦੇ ਆ ਕਿ ਜਿਹੜਾ ਟਾਸਕ ਹੈ ਸਾਡਾ ਫੂਡ ਦੇ ਨਾਲ ਰਿਲੇਟਡ ਸੀ, ਇਸ ਕਰਕੇ ਫੂਡ ਇਜ਼ ਆਲਸੋ ਨੋ ਐਕਸੈਪਸ਼ਨ। ਅਗਰ ਕੋਈ ਹੋਰ ਹੋਵੇ, ਕਾਰਜ਼ ਇਜ਼ ਆਲਸੋ ਨੋ ਐਕਸੈਪਸ਼ਨ। ਅਗਰ ਇਸ ਤਰੀਕੇ ਦਾ ਕੋਈ ਵੀ ਹੈ ਨਾ, ਜਿੱਦਾਂ ਕਲੋਥਸ ਹੋਣ ਤਾਂ ਇੱਥੇ ਕਲੋਥਸ ਆ ਜਾਣਾ, ਕਿਉਂਕਿ ਮੇਨ ਸਾਡਾ ਜਿਹੜਾ ਫੂਡ ਦੇ ਉੱਤੇ ਗਲੋਬਲਾਈਜੇਸ਼ਨ ਦੇ ਕਰਕੇ ਫੂਡ ਚੇਂਜ ਹੋਇਆ ਸੀ, ਸੋ ਇੱਥੇ ਫੂਡ ਆ ਗਿਆ। ਕਾਰਜ਼ ਹੋਊਗੀ ਤਾਂ ਇੱਥੇ ਕਾਰਜ਼ ਆ ਜਾਊਗਾ। ਇਸੇ ਤਰੀਕੇ ਨਾਲ ਇਸ ਜਗ੍ਹਾ ਦੇ ਉੱਤੇ ਤੁਸੀਂ ਆਪਣਾ ਵਰਡ ਜਿਹੜਾ ਹੈ ਉਹ ਚੇਂਜ ਕਰਨਾ ਹੈ, ਬਾਕੀ ਦੇ ਸਾਰੇ ਦਾ ਸਾਰਾ ਸੇਮ ਹੀ ਰਹਿ ਜਾਣੀ ਹੈ ਸਾਡੀ ਜਨਰਲ ਲਾਈਨ। ਸੋ ਨੈਕਸਟ ਦੇਖਦੇ ਹਾਂ, ਇੱਕ ਹੋ ਰਿਹਾ ਬਹੁਤ ਈਜ਼ੀ ਜਿਹੀ ਆ। ਇਟ ਇਜ਼ ਅਨਡੇਨਾਈਬਲ ਫੈਕਟ ਦੈਟ ਗਲੋਬਲਾਈਜੇਸ਼ਨ ਹੈਜ਼ ਰੈਵੋਲੂਸ਼ਨਾਈਜ਼ਡ ਦ ਹੋਲ ਵਰਲਡ ਇਨ ਮੈਨੀ ਐਸਪੈਕਟਸ, ਠੀਕ ਹੈ। ਕਾਫੀ ਸਾਰੇ ਐਸਪੈਕਟਸ ਦੇ ਵਿੱਚ ਗਲੋਬਲਾਈਜੇਸ਼ਨ ਨੇ ਸਾਡਾ ਜਿਹੜਾ ਵਰਲਡ ਆ ਉਹਨੂੰ ਰੈਵੋਲੂਸ਼ਨਾਈਜ਼ ਕੀਤਾ ਹੈ, ਠੀਕ ਹੈ। ਸੋ ਨੈਕਸਟ ਟੌਪਿਕ ਦੇਖਦੇ ਹਾਂ ਮਨੀ ਦੇ ਉੱਤੇ। ਸੋ ਮਨੀ, ਕ੍ਰੈਡਿਟ ਕਾਰਡ, ਪਲਾਸਟਿਕ ਮਨੀ, ਇਸ ਤਰੀਕੇ ਦਾ ਵੀ ਟੌਪਿਕ ਤੁਹਾਨੂੰ ਆ ਸਕਦਾ ਹੈ, ਠੀਕ ਹੈ ਜੀ। ਸੋ ਮਨੀ ਦਾ ਟੌਪਿਕ ਤੁਸੀਂ ਲਿਖ ਲਓ, ਨੋਟ ਕਰ ਲਓ ਕਿ ਮੈਨੀ ਬਿਲੀਵ ਮਨੀ ਇਜ਼ ਏ ਵੈਰੀ ਇੰਪੋਰਟੈਂਟ ਫੈਕਟਰ ਫॉर ਅਚੀਵਿੰਗ ਹੈਪੀਨੈਸ ਬਟ ਅਦਰ ਬਿਲੀਵ ਇਟ ਹੈਜ਼ ਨਥਿੰਗ ਟੂ ਡੂ ਵਿਦ ਦ ਹੈਪੀਨੈਸ। ਸੋ ਇਸ ਤਰੀਕੇ ਦਾ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਰਿਹਾ ਸੀ ਟੌਪਿਕ ਦੀ। ਸੋ ਇਸ ਤਰੀਕੇ ਦੇ ਟੌਪਿਕ ਵਿੱਚ ਅਸੀਂ ਕਿਸ ਤਰੀਕੇ ਦੀ ਜਨਰਲ ਲਾਈਨ ਬਣਾ ਸਕਦੇ ਮਨੀ ਦੇ ਨਾਲ ਰਿਲੇਟਡ। ਇਟ ਇਜ਼ ਇਰਰਿਫਿਊਟੇਬਲ ਟੂ ਸੇ ਦੈਟ ਮਨੀ ਕੈਨ ਬ੍ਰਿੰਗ ਈਜ਼ ਐਂਡ ਕੰਫਰਟ ਇਨ ਏ ਪਰਸਨਸ ਲਾਈਫ। ਮਨੀ ਜੇ ਸਾਡਾ ਥੀਮ ਹੈ ਨਾ, ਮਨੀ ਥੀਮ, ਮੇਨ ਥੀਮ ਸਾਨੂੰ ਦੇਖਣਾ ਪੈਂਦਾ ਕਿ ਕੀ ਆ ਸਾਡੇ ਟਾਸਕ 2 ਦੇ ਵਿੱਚ। ਸੋ ਅਗਰ ਤੁਹਾਡਾ ਟਾਸਕ ਜਿਹੜਾ ਮਨੀ ਆ, ਦੈਨ ਸਾਡੀ ਇਹ ਜਨਰਲ ਲਾਈਨ ਬਣ ਸਕਦੀ ਹੈ। ਸੋ ਨੈਕਸਟ ਦੇਖਦੇ ਹਾਂ ਹੁਣ ਮਨੀ ਦੇ ਨਾਲ ਹੀ ਰਿਲੇਟਡ ਅਗਰ ਤੁਹਾਡਾ ਕ੍ਰੈਡਿਟ ਕਾਰਡ ਆ, ਕਿਉਂਕਿ ਕ੍ਰੈਡਿਟ ਮਨੀ ਜਿਹੜਾ ਪਲਾਸਟਿਕ ਮਨੀ ਵੀ ਆਉਂਦਾ, ਕ੍ਰੈਡਿਟ ਮਨੀ ਵੀ ਆਉਂਦਾ, ਇਸ ਤਰੀਕੇ ਨਾਲ ਹੁੰਦੀ ਹੈ। ਸੋ ਇਹ ਆਪਾਂ ਕ੍ਰੈਡਿਟ ਕਾਰਡ ਦੇ ਨਾਲ ਕੋਈ ਜਨਰਲ ਲਾਈਨ ਬਣਾ ਕੇ ਦੇਖ ਲੈਂਦੇ ਹਾਂ। ਫੋਰ ਐਗਜ਼ਾਮਪਲ, ਆ ਕ੍ਰੈਡਿਟ ਕਾਰਡ ਇਜ਼ ਗ੍ਰੇਟ ਫਨ ਬਟ ਓਨਲੀ ਅੰਟਿਲ ਯੂ ਗੈਟ ਦਾ ਬਿੱਲ। ਕ੍ਰੈਡਿਟ ਕਾਰਡ ਉਦੋਂ ਤੱਕ ਹੀ ਜਿਹੜਾ ਆ ਸਾਡਾ ਗ੍ਰੇਟ ਫਨ ਹੁੰਦਾ ਜਦੋਂ ਤੱਕ ਸਾਨੂੰ ਬਿੱਲ ਨਹੀਂ ਆ ਜਾਂਦਾ ਕ੍ਰੈਡਿਟ ਕਾਰਡ ਦਾ, ਠੀਕ ਹੈ। ਸੋ ਨੈਕਸਟ ਕੀ ਆ, the ease in swiping a credit card for a purchase has made it very popular nowadays। ਠੀਕ ਹੈ, ਇਹ ਵੀ ਇੱਕ ਜਨਰਲ ਲਾਈਨ ਹੈ ਜੋ ਤੁਸੀਂ ਕ੍ਰੈਡਿਟ ਕਾਰਡ, ਸਪੈਸ਼ਲੀ ਕ੍ਰੈਡਿਟ ਕਾਰਡ ਦੇ ਲਈ ਜਾਂ ਮਨੀ ਦੇ ਲਈ ਯੂਜ਼ ਕਰ ਸਕਦੇ ਆ, ਠੀਕ ਹੈ। ਸੋ ਨਾਓ ਨੈਕਸਟ ਦੇਖਦੇ ਹਾਂ ਅਗਰ ਸਾਡੇ ਕੋਲ ਬਿਜ਼ਨਸ ਦਾ ਕੋਈ ਟੌਪਿਕ ਹੋਵੇ, ਠੀਕ ਹੈ। ਸੋ ਅਗਰ ਬਿਜ਼ਨਸ ਦਾ ਕੋਈ ਵੀ ਕਿਸੇ ਤਰੀਕੇ ਦਾ ਵੀ ਟੌਪਿਕ ਹੋਵੇ ਜਾਂ MNCs ਦਾ, ਮਲਟੀਨੈਸ਼ਨਲ ਕੰਪਨੀਜ਼ ਦਾ ਸਾਡਾ ਟੌਪਿਕ ਹੋਵੇ, ਉਹ ਵੀ ਬਿਜ਼ਨਸ ਦਾ ਹੀ ਹੁੰਦਾ ਹੈ। ਸੋ ਚ ਆਪਾਂ ਕੀ ਕਹਿ ਸਕਦੇ ਹਾਂ ਕਿ ਇਟ ਇਜ਼ ਅਨਕੁਐਸਚਨੇਬਲ। ਅਨਕੁਐਸਚਨੇਬਲ ਮਤਲਬ ਸਾਡਾ ਅਸੀਂ ਇਹਦੇ ਉੱਤੇ ਕੁਐਸਚਨ ਨਹੀਂ ਕੀਤਾ ਜਾ ਸਕਦਾ। ਇਟ ਇਜ਼ ਅਨਕੁਐਸਚਨੇਬਲ ਟੂ ਸੇ ਦੈਟ ਬਿਜ਼ਨਸਿਸ ਹੈਵ ਹਿਊਜ ਇੰਪੈਕਟ ਔਨ ਐਵਰੀਬਡੀਜ਼ ਲਾਈਫ। ਮੰਨ ਲਓ ਐਵਰੀਬਡੀ ਦੀ ਲਾਈਫ ਦੇ ਉੱਤੇ ਹਰੇਕ ਬਿਜ਼ਨਸ ਦਾ ਕਾਫੀ ਸਾਰਾ ਇਫੈਕਟ ਆ। ਮੰਨ ਲਓ ਕਾਫੀ ਸਾਰੇ ਬਿਜ਼ਨਸਿਸ ਨੇ ਸਾਡੀ ਲਾਈਫ ਦੇ ਉੱਤੇ ਇਫੈਕਟ ਕੀਤਾ ਹੋਇਆ। ਇਹ ਵੀ ਇੱਕ ਜਨਰਲ ਲਾਈਨ ਹੈ, ਈਜ਼ੀ ਜਿਹੀ ਹੈ, ਬਹੁਤ ਈਜ਼ੀਲੀ ਰਿਮੈਂਬਰ ਹੋ ਸਕਦੀ ਹੈ। ਸੋ ਨੈਕਸਟ ਦੇਖਦੇ ਹਾਂ ਇਕੋਨਮੀ। ਹੁਣ ਦੇਖੋ ਇਹ ਜਿਹੜੀ ਜਨਰਲ ਲਾਈਨ ਹੈ ਇਹ ਇਹਦੀਆਂ ਕਾਫੀ ਐਪਲੀਕੇਸ਼ਨਸ ਆ। ਫੋਰ ਐਗਜ਼ਾਮਪਲ, ਇਕੋਨਮੀ ਦੇ ਲਈ, ਇੰਪਲੋਇਮੈਂਟ ਐਂਡ ਜੋਬ ਦੇ ਲਈ ਅਸੀਂ ਇੱਕੋ ਹੀ ਜਨਰਲ ਲਾਈਨ ਜਿਹੜੀ ਆ ਬਹੁਤ ਇਫੈਕਟਿਵਲੀ ਯੂਜ਼ ਕਰ ਸਕਦੇ ਹਾਂ। ਹੁਣ ਦੇਖੋ, ਇਟ ਇਜ਼ ਅਨਡਾਊਟੇਬਲੀ ਟਰੂ ਦੈਟ ਇਨ ਦਾ ਰੈਪਿਡਲੀ ਚੇਂਜਿੰਗ ਇਕੋਨਮੀ ਜਾਂ ਰੈਪਿਡਲੀ ਚੇਂਜਿੰਗ ਇਕਨੋਮਿਕ ਐਰਾ ਬਿਜ਼ਨਸਿਸ ਆਰ ਫੇਸਿੰਗ ਕਟ ਥਰੋਟ ਕੰਪੀਟੀਸ਼ਨ।
ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਬਿਜ਼ਨਸ ਵੀ ਆ ਜਾਂਦਾ, ਅਗਰ ਤੁਸੀਂ ਬਿਜ਼ਨਸ ਲਈ ਯੂਜ਼ ਕਰਨੀ ਤਾਂ ਵੀ ਹੋ ਜਾਣੀ ਹੈ, ਇਕੋਨਮੀ ਦੇ ਲਈ ਯੂਜ਼ ਕਰਨੀ ਤਾਂ ਵੀ ਹੋ ਜਾਣੀ ਹੈ, ਠੀਕ ਹੈ। ਜਾਂ ਇੱਥੇ ਤੁਸੀਂ ਇੰਪਲੋਇਮੈਂਟ ਦੇ ਲਈ ਜਾਂ ਜੌਬ ਦੇ ਲਈ ਯੂਜ਼ ਕਰਨੀ ਤਾਂ ਵੀ ਹੋ ਜਾਣੀ, ਕਿ ਉਹ ਫਿਰ ਬਿਜ਼ਨਸ ਦੀ ਜਗ੍ਹਾ ਦੇ ਉੱਤੇ ਜੌਬਸ ਲਿਖ ਦਿਓ। ਇਟ ਇਜ਼ ਅਨਡਾਊਟੇਬਲੀ ਟਰੂ ਦੈਟ ਇਨ ਦ ਰੈਪਿਡਲੀ ਚੇਂਜਿੰਗ ਇਕਨੋਮਿਕ ਏਰਾ ਜੌਬਸ ਆਰ ਫੇਸਿੰਗ ਕਟਥਰੋਟ ਕੰਪੀਟੀਸ਼ਨ, ਠੀਕ ਹੈ। ਇੱਥੇ ਬਿਜ਼ਨਸ ਦੀ ਜਗ੍ਹਾ ਦੇ ਉੱਤੇ ਕੀ ਆ ਜਾਊਗਾ, ਜੌਬਸ। ਇੰਪਲੋਇਮੈਂਟ ਦੇ ਉੱਤੇ ਚਾਹੇ ਹੋਵੇ ਚਾਹੇ ਜੌਬ ਦੇ ਉੱਤੇ ਹੋਵੇ, ਇੱਕ ਦੂਜੇ ਦੇ ਸਿਨੋਨਿਮ ਸਹੀ ਹੈ, ਇਸ ਕਰਕੇ ਜੌਬਸ ਵੀ ਆ ਜਾਣਾ। ਅਗਰ ਬਿਜ਼ਨਸ ਲਈ ਜੋ ਤੁਸੀਂ ਯੂਜ਼ ਕਰਨੀ ਤਾਂ ਬਿਜ਼ਨਸ ਲਈ ਵੀ ਦੇਖੋ ਹੋ ਗਈ ਹੈ। ਅਗਰ ਇਕਨੋਮੀ ਦੇ ਲਈ ਯੂਜ਼ ਕਰਨੀ ਜਾਂ ਇਕੋਨਮੀ ਦੇ ਲਈ ਯੂਜ਼ ਕਰਨੀ ਤਾਂ ਉਹ ਵੀ ਹੋ ਗਈ ਹੈ। ਇੱਥੇ ਇੱਕੋ ਸਿੰਗਲ ਲਾਈਨ ਹੈ, 3-4 ਟੌਪਿਕਸ ਦੇ ਵਿੱਚ ਯੂਜ਼ ਹੋ ਜਾਂਦੀ ਹੈ। ਸੋ ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਆ। ਸੋ ਇਸ ਤਰੀਕੇ ਦੀਆਂ ਹੋਰ ਵੀ ਜਨਰਲ ਲਾਈਨਸ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਅਗਰ ਤੁਸੀਂ ਸਾਡੇ ਕੋਲ ਕੋਚਿੰਗ ਲੈਣੀ ਚਾਹੁੰਦੇ ਆ, ਆਨਲਾਈਨ ਕੋਚਿੰਗ ਲੈਣੀ ਚਾਹੁੰਦੇ ਜਾਂ ਆਫਲਾਈਨ ਲੈਣੀ ਚਾਹੁੰਦੇ ਤਾਂ ਸਾਨੂੰ ਕਮੈਂਟ ਡਰੋਪ ਕਰੋ ਨੀਚੇ, ਐਂਡ ਸਾਡਾ ਚੈਨਲ ਸਬਸਕ੍ਰਾਈਬ ਕਰੋ। ਥੈਂਕ ਯੂ।